ਸੱਚਖੰਡ ਪ੍ਰਵੇਸ਼। ਭਾਈ ਬਾਲਾ ਜੀ ਨੇ ਦੱਸਿਆ, ਹੇ ਗੁਰੂ ਅੰਗਦ ਜੀ, ਮੈਨੂੰ ਤੇ ਮਰਦਾਨੇ ਨੂੰ ਗੁਰੂ ਜੀ ਉੱਥੇ ਹੀ ਧਰੂ ਲੋਕ ਵਿੱਚ ਛੱਡ ਕੇ ਆਪ ਸੱਚਖੰਡ ਨੂੰ ਚਲੇ ਗਏ। ਉਹ ਸੱਚਖੰਡ ਦਾ ਵਰਤਾਂਤ ਮੈਂ ਵੇਖਿਆ ਤਾਂ ਨਹੀਂ, ਪਰ ਜੋ ਕੁਝ ਮੈਂ ਸੁਣਿਆ ਸੀ ਉਹ ਆਪ ਜੀ ਨੂੰ ਸੁਣਾਉਂਦਾ ਹਾਂ। ਗੁਰੂ ਜੀ ਇੱਕ ਛਿਨ ਵਿੱਚ ਸੱਚਖੰਡ ਪਹੁੰਚ ਗਏ। ਸੱਚਖੰਡ ਦੀ ਮਹਿਮਾ ਦਾ ਵਰਣਨ ਨਹੀਂ ਹੋ ਸਕਦਾ। ਉੱਥੇ ਅਨੇਕ ਪ੍ਰਕਾਰ ਦੇ ਸੁੰਦਰ ਬਾਗ ਸਨ, ਅਨੇਕ ਤਰ੍ਹਾਂ ਦੀਆਂ ਫੁੱਲਾਂ ਦੀਆਂ ਕਿਆਰੀਆਂ ਜਿਨ੍ਹਾਂ ਉੱਤੇ ਭੌਰ ਗੁੰਜਾਰ ਰਹੇ ਸਨ। ਹੰਸ, ਤੋਤੇ, ਕੋਇਲਾਂ ਆਦਿਕ ਨਾਨਾ ਪ੍ਰਕਾਰ ਦੇ ਪੰਛੀ ਆਪੋ ਆਪਣੀਆਂ ਬੋਲੀਆਂ ਬੋਲ ਰਹੇ ਸਨ। ਦਰਵਾਜ਼ਾ ਬੜਾ ਸੁੰਦਰ ਤੇ ਪ੍ਰਕਾਸ਼ਮਾਨ ਸੀ, ਜਿਸ ਨੂੰ ਹੀਰੇ ਮਾਣਕ ਜਵਾਹਰਾਤ ਬੇਅੰਤ ਲੱਗੇ ਹੋਏ ਸਨ। ਸਰੂਪ ਦੀ ਮੁਕਤੀ ਵਾਲੇ ਬੇਅੰਤ ਭਗਤ ਬੈਠੇ ਸ਼ੋਭਾ ਪਾ ਰਹੇ ਸਨ, ਜਿਨ੍ਹਾਂ ਦੇ ਮਨ ਵਿੱਚ ਸੁਪਨੇ ਮਾਤਰ ਵੀ ਵਿਕਾਰ ਨਹੀਂ ਸਨ। ਸੋਨੇ ਦੇ ਬਣੇ ਹੋਏ ਸੁੰਦਰ ਮੰਦਰ ਮਣੀਆਂ ਨਾਲ ਜੜੇ ਹੋਏ ਜਗਮਗ ਜਗਮਗ ਕਰ ਰਹੇ ਸਨ। ਚੰਦਨ ਤਖਤੇ ਜੜੇ ਹੋਏ ਸਨ ਅਤੇ ਸ਼ੀਸ਼ੇ ਦੀਆਂ ਸਿੱਲਾਂ ਸਨ। ਮੋਤੀਆਂ ਦੀਆਂ ਲੜੀਆਂ ਦਰਾਂ ਉੱਤੇ ਸਜਾਈਆਂ ਹੋਈਆਂ ਸਨ। ਐਸੇ ਸ਼ੋਭਨੀਕ ਅਸਥਾਨ 'ਤੇ ਜਦ ਗੁਰੂ ਜੀ ਪਹੁੰਚੇ ਤਾਂ ਆਪ ਜੀ ਨੂੰ ਸਾਰੇ ਭਗਤਾਂ ਨੇ ਨਮਸਕਾਰ ਕਰਕੇ ਅਨੇਕ ਪ੍ਰਕਾਰ ਦੀ ਉਸਤਤੀ ਕੀਤੀ। ਇੱਥੋਂ ਗੁਰੂ ਜੀ ਅੱਗੇ ਚਾਲੇ ਗਏ ਤਾਂ ਉੱਥੇ ਵੀ ਬਹੁਤ ਸੁੰਦਰ ਮੰਦਰ, ਜਿਨ੍ਹਾਂ ਦੇ ਵਿਹੜਿਆਂ ਵਿੱਚ ਮਣੀਆਂ ਦੀਆਂ ਗਚਕਾਰੀਆਂ ਅਨੇਕਾਂ ਰੰਗਾਂ ਦੀਆਂ ਕੀਤੀਆਂ ਹੋਈਆਂ ਸਨ। ਇਹਨਾਂ ਵਿੱਚ ਸਰੂਪ ਮੁਕਤੀ ਵਾਲੇ ਅਨੂਪਮ ਭਗਤ ਵੱਸਦੇ ਹਨ। ਇਹਨਾਂ ਭਗਤਾਂ ਦੇ ਪੀਲੇ ਬਸਤਰ ਅਤੇ ਸੁੰਦਰ ਸਰੂਪ ਸਨ। ਇੱਥੋਂ ਵੀ ਗੁਰੂ ਜੀ ਨੂੰ ਭਗਤਾਂ ਨੇ ਦਰਸ਼ਨ ਕਰਕੇ ਨਮਸਕਾਰਾਂ ਕੀਤੀਆਂ ਅਤੇ ਉਸਤਤੀ ਕਰਕੇ ਆਪ ਜੀ ਦਾ ਜਸ ਗਾਇਨ ਕੀਤਾ। ਇਸ ਉਪਰੰਤ ਪ੍ਰਭੂ ਦਾ ਦਰਬਾਰ ਆ ਗਿਆ, ਜੋ ਕਰੋੜਾਂ ਸੂਰਜਾਂ ਸਮਾਨ ਪ੍ਰਕਾਸ਼ਮਾਨ ਸੀ। ਬੜਾ ਸੁੰਦਰ ਹੀਰੇ ਜਵਾਹਰਾਂ ਰਤਨ ਮਣੀਆਂ ਨਾਲ ਜੜਿਆ ਹੋਇਆ ਸੀ। ਉਸ ਦੇ ਵਿਹੜੇ ਵਿੱਚ ਬੜਾ ਸੁੰਦਰ ਫਰਸ਼ ਮਨ ਮੋਹਣ ਵਾਲਾ ਬਣਿਆ ਹੋਇਆ ਸੀ। ਉਸ ਦੇ ਵਿਚਕਾਰ ਇੱਕ ਸੁੰਦਰ ਸਿੰਘਾਸਨ ਸੋਭ ਰਿਹਾ ਸੀ। ਉਸ ਉੱਪਰ ਸਚਦਾਨੰਦ ਕਿਰਪਾਲੂ ਤ੍ਰਿਆਲੂ ਤਰਲੋਕੀ ਦੇ ਮਾਲਕ ਪ੍ਰਭੂ ਬਿਰਾਜਮਾਨ ਸਨ, ਜਿਨ੍ਹਾਂ ਦਾ ਬੜਾ ਤੇਜ ਪ੍ਰਤਾਪ ਸੀ, ਜਿਸ ਨੂੰ ਕੋਈ ਅੱਖ ਭਰ ਕੇ ਵੇਖ ਨਹੀਂ ਸਕਦਾ ਸੀ। ਇਹਨਾਂ ਦੀਆਂ 4 ਭੁਜਾਂ ਸਨ, ਜਿਨ੍ਹਾਂ ਦੇ ਹੱਥ ਵਿੱਚ ਸ਼ਸਤਰ ਫੜੇ ਹੋਏ ਸਨ, ਜਿਨ੍ਹਾਂ ਨੂੰ ਵੇਖ ਕੇ ਦੁਸ਼ਮਣ ਦੂਰੋਂ ਹੀ ਭੱਜ ਜਾਂਦੇ ਹਨ। ਮੁੱਖ ਉੱਤੇ ਥੋੜ੍ਹੀ ਥੋੜ੍ਹੀ ਮੁਸਕਰਾਹਟ ਰਹਿੰਦੀ ਸੀ। ਐਸੇ ਅਨੂਪਮ ਪ੍ਰਭੂ ਦੇ ਦਰਬਾਰ ਵਿੱਚ ਸਤਿਗੁਰੂ ਜੀ ਪਹੁੰਚ ਗਏ। ਜਦ ਦੋਵੇਂ ਹੱਥ ਜੋੜ ਕੇ ਦੰਡਵਤ ਨਮਸਕਾਰ ਕਰਕੇ ਸਾਹਮਣੇ ਖੜੇ ਹੋ ਗਏ ਤਾਂ ਅਕਾਲ ਪੁਰਖ ਨੇ ਪੁੱਛਿਆ, ਚੌਪਾਈ ਜਰਤਿਓ ਨਰਨ ਉਬਾਰਨ ਕਾਰਨ ਜਗ ਪ੍ਰਗਟੇ ਤੁਮ ਦੰਭ ਵਿਦਾਰਨ, ਸੋ ਕਾਰਜ ਸਭ ਹੀ ਕਰ ਆਏ, ਕਿਦੋਂ ਰਹਿਓ ਕਰਨੋ ਕਿਤ ਥਾਏ। ਅਰਥ, ਕਲਯੁਗ ਵਿੱਚ ਸੜਦਿਆਂ ਪੁਰਸ਼ਾਂ ਨੂੰ ਤੁਸੀਂ ਉਧਾਰਨ ਵਾਸਤੇ ਜਗਤ ਵਿੱਚ ਪਾਖੰਡਾਂ ਦਾ ਨਾਸ਼ ਕਰਨ ਵਾਸਤੇ ਪ੍ਰਗਟੇ ਹੋ। ਕੀ ਉਹ ਕਾਰਜ ਤੁਸੀਂ ਸਾਰਾ ਕਰ ਆਏ ਹੋ ਕਿ ਅਜੇ ਕੁਝ ਕਰਨ ਵਾਲਾ ਬਾਕੀ ਰਹਿ ਗਿਆ ਹੈ? ਅਕਾਲ ਪੁਰਖ ਤੋਂ ਇਹ ਬਚਨ ਸੁਣ ਕੇ ਸਤਿਗੁਰੂ ਜੀ ਬੋਲੇ, ਚੌਪਈ ਹੁਤੋ ਅਠਾਟ ਸਾਗਰ ਟਾਪੂ, ਪਸਰ ਰਹਿਓ ਤਹਿ ਨਾਮ ਪ੍ਰਤਾਪੂ, ਜੰਬੂ ਦੀਪ ਵਿਖੇ ਬਹੁ ਥਾਈ, ਪਸਰੀ ਭਗਤ ਮਹਾ ਸੁਖਦਾਈ, ਅਬ ਨਵ ਖੰਡਨ ਜਾਏ ਬਹੋਰੀ, ਦੈ ਉਪਦੇਸ਼ ਕਟੋਂ ਦੁਖ ਘੋਰੀ, ਸਪਤ ਦੀਪ ਮਹਿ ਨਾਮ ਪ੍ਰਤਾਪਾ, ਸੁਨ ਕਰ ਸ਼ਬਦ ਕਰਹਿੰਗੇ ਜਾਪਾ, ਹਵੈ ਹੈ ਭਗਤ ਨਾਮ ਵਡਿਆਈ, ਧਰਾ ਪਾਰ ਦੁਖ ਸਭ ਮਿਟ ਜਾਈ। ਹੇ ਪ੍ਰਭੂ, 18 ਸਾਗਰਾਂ ਦੇ ਟਾਪੂਆਂ ਵਿੱਚ ਜੰਬੂਦੀਪ ਦੇ ਬਹੁਤ ਥਾਵਾਂ 'ਤੇ ਮਹਾਸੁਖ ਦਾਤੀ ਆਪ ਜੀ ਦੀ ਭਗਤੀ ਫੈਲ ਗਈ ਹੈ। ਹੁਣ ਮੁੜ ਨਵਖੰਡ ਪ੍ਰਿਥਵੀ 'ਤੇ ਜਾ ਕੇ ਲੋਕਾਂ ਨੂੰ ਉਪਦੇਸ਼ ਦੇ ਕੇ ਉਹਨਾਂ ਘੋਰ ਦੁੱਖਾਂ ਦੀ ਨਿਵਰਤੀ ਕਰਾਂਗਾ। 7 ਦੀਪਾਂ ਵਿੱਚ ਆਪ ਜੀ ਦਾ ਨਾਮ ਦਾ ਪ੍ਰਤਾਪ ਹੋਵੇਗਾ ਅਤੇ ਉਪਦੇਸ਼ ਸੁਣ ਕੇ ਲੋਕ ਤੇਰੇ ਨਾਮ ਦਾ ਜਾਪ ਜਪਣਗੇ। ਨਾਮ ਭਗਤੀ ਦੀ ਵਡਿਆਈ ਹੋਵੇਗੀ ਤੇ ਧਰਤੀ ਦੇ ਪਾਪਾਂ ਦਾ ਭਾਰ ਸਭ ਮਿਟ ਜਾਏਗਾ। ਆਪ ਜੀ ਦੇ ਇਹ ਬਚਨ ਸੁਣ ਅਕਾਲ ਪੁਰਖ ਨੇ ਕਿਹਾ, ਉਚਰੇਹ ਮਹਿਮਾ ਨਾਮ ਮਨੋਗਾ, ਜੋ ਮਤ ਮੰਦਨ ਤਾਰਨ ਜੋਗਾ। ਸੁੰਦਰ ਨਾਮ ਦੀ ਮਹਿਮਾ ਉਚਾਰਨ ਕਰਾਓ, ਜੋ ਮੂਰਖਾਂ ਨੂੰ ਵੀ ਤਾਰਨ ਦੇ ਸਮਰੱਥ ਹੈ। ਪਹਿਲਾਂ ਤੁਸੀਂ ਆਪ ਨਾਮ ਦੀ ਮਹਿਮਾ ਗਾ ਕੇ ਸੁਣਾਓ ਅਤੇ ਫਿਰ ਮਾਤ ਲੋਕ ਵਿੱਚ ਜਾ ਕੇ ਲੋਕਾਂ ਨੂੰ ਇਸ ਦਾ ਉਪਦੇਸ਼ ਦ੍ਰਿੜ ਕਰਵਾਓ। ਪ੍ਰਭੂ ਦੀ ਆਗਿਆ ਮੰਨ ਕੇ ਗੁਰੂ ਜੀ ਨੇ ਆਸਾ ਰਾਗ ਵਿੱਚ ਇਹ ਸ਼ਬਦ ਉਚਾਰਨ ਕੀਤਾ, ਆਸਾ ਮਹਿਲਾ ਪਹਿਲਾ, ਘਰ ਪਹਿਲਾ ਸੋਦਰ। ਸੋ ਦਰ ਕਿਹਾ ਸੋ ਘਰ ਕਿਹਾ, ਜਿਤ ਬਹਿ ਸਰਬ ਸਮਾਲੇ, ਵਾਜੇ ਤੇਰੇ ਨਾਦ ਅਨੇਕ ਅਸੰਖਾਂ, ਕੇਤੇ ਤੇਰੇ ਬਾਵਣ ਹਾਰੇ, ਕੇਤੇ ਤੇਰੇ ਰਾਗ ਪਰੀ ਸਿਓ ਕਹੀ ਐਹ, ਕੇਤੇ ਤੇਰੇ ਗਾਵਣ ਹਾਰੇ, ਗਾਵਨ
ਤੁਧਨੋਂ ਪਾਵਨ ਪਾਣੀ ਬੈ ਸੰਤਰ, ਗਾਵੇ ਰਾਜਾ ਧਰਮ ਦੁਆਰੇ। ਗਾਵਨ ਤੁਧਨੋਂ ਚਿੱਤ ਗੁਪਤ ਲਿਖ ਜਾਣਨ, ਲਿਖ ਲਿਖ ਧਰਮ ਵਿਚਾਰੇ। ਗਾਵਨ ਤੁਧਨੋਂ ਈਸਰ ਬ੍ਰਹਮਾ ਦੇਵੀ, ਸੋਹਣ ਤੇਰੇ ਸਦਾ ਸਵਾਰੇ। ਗਾਵਨ ਤੁਧਨੋਂ ਇੰਦਰ ਇੰਦਰਾਸਣ, ਬੈਠੇ ਦੇਵਤਿਆਂ ਦਰ ਨਾਲੇ। ਗਾਵਨ ਤੁਧਨੋਂ ਸਿੱਧ ਸਮਾਧੀ ਅੰਦਰ, ਗਾਵਨ ਤੁਧਨੋਂ ਸਾਧ ਵਿਚਾਰੇ। ਗਾਵਨ ਤੁਧਨੋਂ ਜਤੀ ਸਤੀ ਸੰਤੋਖੀ, ਗਾਵਨ ਤੁਧਨੋਂ ਵੀਰ ਕਰਾਰੇ। ਗਾਵਨ ਤੁਧਨੋਂ ਪੰਡਤ ਪੜਨ ਰਖੀ ਸਰ, ਜੁਗ ਜੁਗ ਵੇਦਾਂ ਨਾਲੇ। ਗਾਵਨ ਤੁਧਨੋਂ ਮੋਹਣੀਆਂ ਮਨ ਮੋਹਨ, ਸੁਰਗ ਮੱਛ ਪਿਆਲੇ। ਗਾਵਨ ਤੁਧਨੋਂ ਰਤਨ ਉਪਾਏ, ਤੇਰੇ 68 ਤੀਰਥ ਨਾਲੇ। ਗਾਵਨ ਤੁਧਨੋਂ ਜੋਧ ਮਹਾਬਲ ਸੂਰਾ, ਗਾਵਨ ਤੁਧਨੋਂ ਖਾਣੀ ਚਾਰੇ। ਗਾਵਨ ਤੁਧਨੋਂ ਖੰਡ ਮੰਡਲ ਬ੍ਰਹਮੰਡਾ, ਕਰ ਕਰ ਰੱਖੇ ਤੇਰੇ ਧਾਰੇ। ਸਹੀ ਤੁਧਨੋਂ ਗਾਵਨ ਜੋ ਤੁਧ ਭਾਵਨ, ਰਤੇ ਤੇਰੇ ਭਗਤ ਰਸਾਲੇ। ਹੋਰ ਕੀਤੇ ਤੁਧਨੋਂ ਗਾਵਨ, ਸੇ ਮੈਂ ਚਿਤਨਾਵਨ, ਨਾਨਕ ਕਿਆ ਵਿਚਾਰੇ। ਸੋਈ ਸੋਈ ਸਦਾ ਸੱਚ ਸਾਹਿਬ, ਸਾਚਾ ਸਾਚੀ ਨਾਈ। ਹੈ ਵੀ ਹੋਸੀ ਜਾਏ ਨਾ ਜਾਸੀ, ਰਚਨਾ ਜਿਨ ਰਚਾਈ। ਰੰਗੀ ਰੰਗੀ ਭਾਤੀ ਕਰ ਕਰ ਜਿਨਸੀ, ਮਾਇਆ ਜਿਨ ਉਪਾਈ। ਕਰ ਕਰ ਦੇਖੈ ਕੀਤਾ ਆਪਣਾ, ਜਿਉ ਤਿਸ ਦੀ ਵਡਿਆਈ। ਜੋ ਤਿਸ ਭਾਵੇ ਸੋਈ ਕਰਸੀ, ਫਿਰ ਹੁਕਮ ਨ ਕਰਨਾ ਜਾਈ। ਸੋ ਪਾਤਸ਼ਾਹ ਸਾਹਾ ਪਾਤ ਸਾਹਿਬ, ਨਾਨਕ ਰਹਿਣ ਰਜਾਈ। ਇਹ ਸ਼ਬਦ ਬੜੇ ਪ੍ਰੇਮ ਨਾਲ ਗਾਇਨ ਕਰਕੇ ਅਕਾਲ ਪੁਰਖ ਨੂੰ ਅਸ਼ਟਾਂਗ ਨਮਸਕਾਰ ਕੀਤੀ, ਜਿਸ ਨੂੰ ਸੁਣ ਕੇ ਅਕਾਲ ਪੁਰਖ ਨੇ ਬੜੇ ਪ੍ਰਸੰਨ ਹੋ ਕੇ ਆਖਿਆ, ਹੁਣ ਤੁਸੀਂ ਜਗਤ ਵਿੱਚ ਜਾ ਕੇ ਉਹ ਕਾਰਜ ਕਰੋ ਜਿਸ ਵਾਸਤੇ ਆਪ ਜੀ ਨੇ ਅਵਤਾਰ ਧਾਰਨ ਕੀਤਾ ਹੈ। ਗੁਰੂ ਜੀ ਨੇ ਕਰਤਾ ਪੁਰਖ ਦੇ ਬਚਨ ਸੁਣ ਕੇ ਨਮਸਕਾਰ ਕੀਤੀ ਅਤੇ ਵਾਪਸ ਮਾਤ ਲੋਕ ਵੱਲ ਮੁੜ ਪਏ ਅਤੇ ਆਗਿਆ ਅਨੁਸਾਰ ਸਾਰੇ ਜਗਤ ਵਿੱਚ ਸਤਨਾਮ ਦਾ ਢੰਡੋਰਾ ਫੇਰ ਕੇ ਲੋਕਾਂ ਨੂੰ ਨਾਮ ਭਗਤੀ ਦਾ ਉਪਦੇਸ਼ ਦਿੱਤਾ। ਕਵੀ ਜੀ ਲਿਖਦੇ ਹਨ, ਪਣਤ ਸੁਨਤ ਗਤ ਦੇਖ ਸੁਖਾਰੇ, ਜੇ ਨਾ ਕਮਾਵੈ ਜਗ ਭਵ ਹਾਰੇ। ਜਿਹੜੇ ਗੁਰੂ ਜੀ ਦੀ ਬਾਣੀ ਸਤਨਾਮ ਦੇ ਉਪਦੇਸ਼ ਪੜ੍ਹਦੇ ਸੁਣਦੇ ਹਨ, ਉਹਨਾਂ ਦੀ ਗਤੀ ਸਹਿਜੇ ਹੀ ਹੋ ਜਾਂਦੀ ਹੈ। ਪਰ ਜਿਹੜੇ ਇਸ ਨੂੰ ਨਹੀਂ ਕਮਾਉਂਦੇ, ਉਹ ਆਪਣਾ ਜੀਵਨ ਇਸ ਸੰਸਾਰ ਸਮੁੰਦਰ ਵਿੱਚ ਹਾਰ ਜਾਣਗੇ। ਪੂਰਬਾਰਧ ਪਹਿਲਾ ਹਿੱਸਾ ਸ੍ਰੀ ਗੁਰੂ ਨਾਨਕ ਪ੍ਰਕਾਸ਼ ਦਾ ਸਮਾਪਤ ਹੋਇਆ। ਉੱਤਰਾਰਧ ਦੂਸਰਾ ਹਿੱਸਾ ਸ੍ਰੀ ਗੁਰੂ ਨਾਨਕ ਪ੍ਰਕਾਸ਼ ਆਰੰਭ। ਕਵੀ ਸੰਤੋਖ ਸਿੰਘ ਜੀ ਇਸ ਭਾਗ ਦਾ ਆਰੰਭ ਕਰਨ ਲੱਗੇ ਸ੍ਰੀ ਗੁਰੂ ਨਾਨਕ ਦੇਵ ਜੀ ਦਾ ਨਮਸਕਾਰ ਮੰਗਲ ਕਰਦੇ ਹਨ। ਦੋਹਰਾ। ਸ੍ਰੀ ਗੁਰੂ ਬਚਨ ਸੂ ਚੂਰਨ ਖਾਏ ਕਮਾਏ ਜਾਹਾ, ਉਦਰ ਰੋਗ ਹਉਮੈ ਹਰਿਓ ਨਮਸਕਾਰ ਮਨ ਤਾਹਾ। ਭਾਵ ਸ੍ਰੀ ਗੁਰੂ ਜੀ ਦੇ ਉਪਦੇਸ਼ਮਈ ਬਚਨ ਚੂਰਨ ਦੇ ਸਮਾਨ ਹਨ, ਜਿਨ੍ਹਾਂ ਨੂੰ ਖਾਵਣ ਤੇ ਕਮਾਵਣ ਨਾਲ ਹਉਮੈ ਦਾ ਰੋਗ ਨਾਸ ਹੋ ਜਾਂਦਾ ਹੈ। ਮੇਰੀ ਉਹਨਾਂ ਗੁਰੂ ਜੀ ਨੂੰ ਨਮਸਕਾਰ ਹੈ। ਸਵੈਆ। ਸੇਤ ਰਚਿਓ ਜਗ ਸਾਗਰ ਕੋ, ਸਭ ਖੰਡ ਪਖੰਡਨ ਸ਼ੋਰ ਸ਼ਰਾਬਾ। ਕੀਰਤ ਗਾਏ ਸੁਨੇ ਪ੍ਰਭੂ ਕੀ, ਤਨਹੂ ਤਜੀਏ ਲਖ ਰੰਗ ਸੁਹਾਬਾ। ਰੰਕ ਧਨੀ ਦੋਏ ਪਾਰ ਪਰੇ, ਅਵਲੋਕਤ ਹੈ ਨਿਜ ਰੂਪ ਅਜਾਪਾ। ਦੇਵਨ ਦੇਵ ਸਦਾ ਪਦ ਸੇਵ ਹੈ, ਜਾਹਰ ਪੀਰ ਗੁਰੂ ਜਗ ਬਾਬਾ। ਅਰਥਾਤ ਗੁਰੂ ਨਾਨਕ ਜੀ ਨੇ ਸੰਸਾਰ ਸਾਗਰ ਤੋਂ ਜੀਵਾਂ ਦੇ ਤਾਰਨ ਵਾਸਤੇ ਸਾਰੇ ਪਾਖੰਡਾਂ ਦੇ ਰੌਲੇ ਗੋਲੇ ਨੂੰ ਮੇਟ ਕੇ ਪ੍ਰਭੂ ਨਾਮ ਭਗਤੀ ਦਾ ਪੁਲ ਬੱਧਾ ਹੈ। ਹੁਣ ਸਾਨੂੰ ਸੰਸਾਰੀ ਜੀਵਾਂ ਨੂੰ ਚਾਹੀਦਾ ਹੈ ਕਿ ਵਾਹਿਗੁਰੂ ਦਾ ਜਸ ਗਾ ਕੇ ਅਥਵਾ ਸੁਣ ਕੇ ਦੇਹੀ ਦੀ ਹਉਮੈ ਨੂੰ ਕੁਸੰਬੇ ਦਾ ਕੱਚਾ ਰੰਗ ਸਮਝ ਕੇ ਤਿਆਗ ਦਈਏ। ਇਸ ਪੁਲ ਉੱਪਰੋਂ ਗਰੀਬ ਅਮੀਰ ਦੋਵੇਂ ਹੀ ਇਸ ਦੁੱਖ ਰੂਪ ਸੰਸਾਰ ਤੋਂ ਪਾਰ ਹੋ ਕੇ ਆਪਣੇ ਆਤਮ ਸਰੂਪ ਨੂੰ ਵੇਖ ਲੈਂਦੇ ਹਨ। ਦੇਵ ਦੇਵਾ ਐਸੇ ਸ੍ਰੀ ਗੁਰੂ ਨਾਨਕ ਜੀ ਦੇ ਚਰਨਾਂ ਦੀ ਸਦਾ ਹੀ ਸੇਵਾ ਕਰੋ, ਜੋ ਪ੍ਰਗਟ ਸ਼ਕਤੀਵਾਨ ਪ੍ਰਸਿੱਧ ਹਨ। ਉਪਰੰਤ ਭਾਈ ਬਾਲੇ ਨੇ ਕਿਹਾ, ਗੁਰੂ ਅੰਗਦ ਜੀ ਜਦ ਗੁਰੂ ਨਾਨਕ ਜੀ ਸੱਚਖੰਡ ਤੋਂ ਵਾਪਸ ਧਰੂ ਦੇ ਪਾਸ ਆਏ ਤਾਂ ਉਸ ਨੇ ਆਖਿਆ ਕਿ ਮਹਾਰਾਜ, ਸੱਚਖੰਡ ਦੀ ਕੋਈ ਨਿਸ਼ਾਨੀ ਦਿਓ ਅਤੇ ਇਹ ਵੀ ਦੱਸੋ ਕਿ ਪ੍ਰਭੂ ਦਾ ਰੰਗ ਰੂਪ ਕੀ ਹੈ। ਗੁਰੂ ਜੀ ਨੇ ਕਿਹਾ, ਹੇ ਉੱਤਮ ਭਗਤ ਧਰੂ ਸੁਣੋ, ਪਰਮਾਤਮਾ ਦਾ ਰੂਪ ਨਹੀਂ ਜਾਣਿਆ ਜਾਂਦਾ। ਉਹ ਰੰਗ ਰੂਪ ਤੋਂ ਤੇ ਜੋਨੀ ਰਹਿਤ ਹੈ। ਕੇਵਲ ਭਗਤਾਂ ਦੇ ਧਿਆਨ ਮਾਤਰ ਲਈ ਹੀ ਉਸ ਦਾ ਰੂਪ ਹੈ। ਉਸ ਦਾ ਪ੍ਰਕਾਸ਼ ਕਰੋੜਾਂ ਚੰਦ ਸੂਰਜਾਂ ਤੋਂ ਵੀ ਬਹੁਤਾ ਹੈ। ਬ੍ਰਹਮਾ ਆਦਿਕ ਵੱਡੇ ਦੇਵਤੇ ਵੀ ਉਸ ਦਾ ਪਾਰ ਨਹੀਂ ਪਾ ਸਕਦੇ। ਉਸ ਕਰਤਾਰ ਦੇ ਬਰਾਬਰ ਹੋਰ ਕੋਈ ਨਹੀਂ ਹੈ। ਉਸ ਦੇ ਸਰੀਰ ਵਿੱਚੋਂ ਹੀ ਅਨੇਕਾਂ ਬ੍ਰਹਿਮੰਡ ਬਣੇ ਹਨ। ਸਾਰੇ ਜੀਵ ਜਨਤਾ ਵਿੱਚ ਉਸ ਦੀ ਜੋਤ ਹੀ ਪ੍ਰਕਾਸ਼ ਰਹੀ ਹੈ। ਇਹ ਸੁਣ ਕੇ ਧਰੂ ਬੜਾ ਪ੍ਰਸੰਨ ਹੋਇਆ ਅਤੇ ਆਖਿਆ ਕਿ ਮਹਾਰਾਜ, ਆਪ ਨਿਰੰਕਾਰ ਦੇ ਸਰੂਪ ਹੋ। ਮੇਰੇ ਧੰਨ ਭਾਗ ਹਨ
ਜੋ ਮੈਂ ਤੁਹਾਨੂੰ ਪਾਸ ਖੜਾ ਹੋ ਕੇ ਵੇਖ ਰਿਹਾ ਹਾਂ। ਤੁਸਾਂ ਪਰ ਉਪਕਾਰ ਵਾਸਤੇ ਅਵਤਾਰ ਧਾਰਨ ਕੀਤਾ ਹੈ। ਗੁਰੂ ਜੀ ਨੇ ਕਿਹਾ, ਹੁਣ ਸਾਨੂੰ ਆਗਿਆ ਦਿਓ, ਅਸੀਂ ਮਾਤ ਲੋਕ ਵਿੱਚ ਜਾ ਕੇ ਅਜੇ ਬਹੁਤ ਕੰਮ ਕਰਨੇ ਹਨ। ਧਰੂ ਨੇ ਕਿਹਾ, ਮਹਾਰਾਜ ਜੀ, ਤੁਹਾਨੂੰ ਸਦਾ ਹੀ ਕਰਤਾਰ ਦੀ ਆਗਿਆ ਹੈ। ਜਿੱਥੇ ਇੱਛਾ ਹੋਵੇ ਉੱਥੇ ਹੀ ਜਾ ਸਕਦੇ ਹੋ। ਜਦ ਇੱਥੋਂ ਵਿਦਾ ਹੋ ਕੇ ਗੁਰੂ ਜੀ ਕੁਛ ਹੇਠਾਂ ਆਏ ਤਾਂ ਮਰਦਾਨੇ ਨੇ ਪੁੱਛਿਆ, ਮਹਾਰਾਜ, ਧਰੂ ਦਾ ਆਸਣ ਕਿੰਨਾ ਕੁ ਉੱਚਾ ਹੈ? ਗੁਰੂ ਜੀ ਨੇ ਕਿਹਾ, 39 ਲੱਖ ਯੋਜਨ ਉੱਚਾ ਹੈ। ਫਿਰ ਮਰਦਾਨੇ ਪੁੱਛਿਆ, ਧਰੂ ਮੰਡਲ ਤੋਂ ਉੱਪਰ ਤੁਸੀਂ ਕਿੰਨੀ ਕੁ ਦੂਰ ਉੱਚੇ ਗਏ ਸੀ? ਤਦ ਗੁਰੂ ਜੀ ਨੇ ਕਿਹਾ, ਮਰਦਾਨਾ, ਉਸ ਦੀ ਗਿਣਤੀ ਨਹੀਂ ਹੋ ਸਕਦੀ। ਜਿਤਨੀ ਸ਼ਕਤੀ ਅਕਾਲ ਪੁਰਖ ਕਿਸੇ ਨੂੰ ਦਿੰਦਾ ਹੈ ਉਹ ਉਤਨਾ ਹੀ ਕਹਿੰਦਾ ਹੈ, ਪਰੰਤੂ ਅੰਤ ਕੋਈ ਨਹੀਂ ਪਾ ਸਕਦਾ। ਮਰਦਾਨੇ ਨੇ ਕਿਹਾ, ਗੁਰੂ ਜੀ, ਤੁਹਾਡੀਆਂ ਤੁਸੀਂ ਹੀ ਜਾਣੋ। ਹੁਣ ਅਸੀਂ ਹੇਠਾਂ ਧਰਤੀ ਵੱਲ ਜਾ ਰਹੇ ਹਾਂ। ਕਿਰਪਾ ਕਰਕੇ ਦੱਸੋ ਕਿ ਰਸਤੇ ਵਿੱਚ ਸਾਨੂੰ ਕਿਹੜਾ ਦੇਸ਼ ਆਵੇਗਾ? ਗੁਰੂ ਜੀ ਨੇ ਦੱਸਿਆ, ਪਹਿਲਾਂ ਸੂਰਤ ਬੰਦਰ ਆਵੇਗੀ, ਫਿਰ ਸ਼ੀਘਰ ਹੀ ਮਛਲੀ ਬੰਦਰ ਪਹੁੰਚ ਜਾਵਾਂਗੇ। ਇਸ ਤਰ੍ਹਾਂ ਦੀਆਂ ਗੱਲਾਂ ਬਾਤਾਂ ਕਰਦਿਆਂ ਆਪ ਜੀ ਸੀਲਾ ਗਿਰ ਪਰਬਤ 'ਤੇ ਪਹੁੰਚ ਗਏ। ਤਦ ਮਰਦਾਨੇ ਨੇ ਪੁੱਛਿਆ, ਗੁਰੂ ਜੀ, ਇਸ ਸੁੰਦਰ ਪਰਬਤ ਉੱਤੇ ਸੰਤ ਮਹਾਤਮਾ ਵੀ ਰਹਿੰਦੇ ਹਨ ਕਿ ਨਹੀਂ? ਗੁਰੂ ਜੀ ਨੇ ਕਿਹਾ, ਮਰਦਾਨਾ, ਇਸ ਪਰਬਤ ਉੱਤੇ ਕੋਈ ਨਹੀਂ ਰਹਿੰਦਾ। ਇਸ ਤੋਂ ਅੱਗੇ ਜੋ ਅਸਥਾਨ ਆਵੇਗਾ ਉਸ ਉੱਤੇ ਬਹੁਤ ਜੋਗੀ ਰਾਜ ਰਹਿੰਦੇ ਹਨ। ਬਹੁਤ ਸੁੰਦਰ ਫਲਾਂ ਫੁੱਲਾਂ ਵਾਲੇ ਬ੍ਰਿਛ ਵੀ ਬੜੇ ਹਨ। ਜੇ ਤੈਨੂੰ ਕੁਝ ਖਾਣ ਦੀ ਇੱਛਾ ਹੋਵੇ ਤਾਂ ਉੱਥੇ ਚੱਲ ਕੇ ਰੱਜ ਕੇ ਖਾ ਲਈ। ਇਤਨੇ ਨੂੰ ਉਹ ਪਰਬਤ ਵੀ ਆ ਗਿਆ ਜੋ ਰਮਣੀਕ ਸੀ। ਗੁਰੂ ਜੀ ਇੱਕ ਸੰਘਣੇ ਬ੍ਰਿਛ ਦੀ ਛਾਂ ਵੇਖ ਕੇ ਬੈਠ ਗਏ। ਮਰਦਾਨੇ ਨੇ ਝਟਪਟ ਹੀ ਚੰਗੇ ਮਿੱਠੇ ਫਲ ਤੋੜ ਕੇ ਗੁਰੂ ਜੀ ਅੱਗੇ ਲਿਆ ਰੱਖੇ। ਗੁਰੂ ਜੀ ਨੇ ਉਹਨਾਂ ਵਿੱਚੋਂ 2-4 ਫਲ ਮੈਨੂੰ ਖਾਣ ਨੂੰ ਦਿੱਤੇ, ਪਰ ਮਰਦਾਨੇ ਨੇ ਚੰਗੀ ਤਰ੍ਹਾਂ ਰੱਜ ਕੇ ਖਾਧੇ। ਇੰਨੇ ਚਿਰ ਨੂੰ ਉੱਥੇ ਇੱਕ ਰਿਖੀ ਆਣ ਕੇ ਕਹਿਣ ਲੱਗਾ, ਤੁਸੀਂ ਕੌਣ ਹੋ ਤੇ ਇੱਥੇ ਕਿਸ ਤਰ੍ਹਾਂ ਆਏ ਹੋ? ਅੱਗੇ ਇੱਥੇ ਕੋਈ ਨਹੀਂ ਪਹੁੰਚਿਆ। ਇਹ ਬੜਾ ਕਠਨ ਤੇ ਪ੍ਰਿਥਵੀ ਤੋਂ ਬਹੁਤ ਉੱਚਾ ਹੈ। ਤੁਹਾਡਾ ਨਾਮ ਕੀ ਹੈ? ਗੁਰੂ ਜੀ ਨੇ ਕਿਹਾ, ਸਾਡਾ ਨਾਮ ਨਾਨਕ ਨਿਰੰਕਾਰੀ ਹੈ। ਸੰਤਾਂ ਭਗਤਾਂ ਦੇ ਦਰਸ਼ਨ ਕਰਨ ਵਾਸਤੇ ਵਿਚਰਦੇ ਫਿਰਦੇ ਇੱਥੇ ਆ ਗਏ ਹਾਂ। ਗੁਰੂ ਜੀ ਦਾ ਨਾਮ ਸੁਣ ਕੇ ਰਿਖੀ ਬਹੁਤ ਖੁਸ਼ ਹੋਇਆ ਤੇ ਕਹਿਣ ਲੱਗਾ ਕਿ ਜੇਕਰ ਤੁਹਾਡਾ ਨਾਮ ਸ਼੍ਰੀ ਨਾਨਕ ਹੈ ਤਾਂ ਤੁਹਾਡੇ ਚਰਨਾਂ 'ਤੇ ਮੇਰੀ ਨਮਸਕਾਰ ਹੋਵੇ। ਗੁਰੂ ਜੀ ਨੇ ਕਿਹਾ, ਤੁਸੀਂ ਕਿਸ ਤਰ੍ਹਾਂ ਸਾਡੇ ਨਾਮ ਤੋਂ ਜਾਣੂ ਹੋ? ਰਿਖੀ ਨੇ ਕਿਹਾ ਕਿ ਇੱਕ ਸਮੇਂ ਮੇਰੇ ਗੁਰੂ ਨੇ ਮੈਨੂੰ ਦੱਸਿਆ ਸੀ ਕਿ ਕਲੀ ਕਾਲ ਵਿੱਚ ਇੱਕ ਅਵਤਾਰ ਹੋਵੇਗਾ ਜੋ ਪਾਖੰਡਾਂ ਨੂੰ ਦੂਰ ਕਰਨ ਲਈ ਨਾਮ ਜਪਾਵੇਗਾ ਅਤੇ ਸੰਸਾਰ ਵਿੱਚ ਭਗਤੀ ਪ੍ਰਗਟਾਵੇਗਾ। ਇਸ ਤੋਂ ਮੈਨੂੰ ਅਨੁਭਵ ਹੋਇਆ ਹੈ ਕਿ ਤੁਸੀਂ ਉਹੀ ਨਾਨਕ ਨਿਰੰਕਾਰੀ ਹੋ। ਗੁਰੂ ਜੀ ਨੇ ਕਿਹਾ, ਤੁਹਾਡਾ ਅਤੇ ਤੁਹਾਡੇ ਗੁਰੂ ਦਾ ਨਾਮ ਕੀ ਹੈ? ਰਿਖੀ ਨੇ ਦੱਸਿਆ, ਮੇਰਾ ਨਾਮ ਕਲਿਆਣ ਹੈ ਤੇ ਗੁਰੂ ਦਾ ਨਾਮ ਸੀਲ ਸੈਨ ਹੈ। ਇਤਨੀਆਂ ਗੱਲਾਂ ਕਰਕੇ ਰਿਖੀ ਨਮਸਕਾਰ ਕਰਕੇ ਚਲਿਆ ਗਿਆ ਅਤੇ ਹੋਰਨਾਂ ਰਿਖੀਆਂ ਨੂੰ ਗੁਰੂ ਜੀ ਦੇ ਆਉਣ ਦੀ ਖਬਰ ਸੁਣਾਈ। ਗੁਰੂ ਜੀ ਦਾ ਨਾਮ ਸੁਣ ਕੇ ਸਾਰੇ ਰਿਖੀ ਗੁਰੂ ਜੀ ਦੇ ਦਰਸ਼ਨ ਕਰਨ ਵਾਸਤੇ ਆਏ। ਰਿਖੀਆਂ ਦੇ ਸਿਰਾਂ ਉੱਤੇ ਜਟਾਂ ਦੇ ਜੂੜੇ, ਲੱਕ ਕੁਸ਼ਾ ਦੇ ਲੰਗੋਟੇ ਕੱਸੇ ਹੋਏ ਅਤੇ ਭੋਜ ਪੱਤਰਾਂ ਨਾਲ ਸਰੀਰ ਢਕੇ ਹੋਏ ਸਨ। ਗੁਰੂ ਜੀ ਪਾਸ ਆਣ ਕੇ ਨਮਸਕਾਰ ਕਰਕੇ ਬੈਠ ਗਏ ਅਤੇ ਮਿਲ ਕੇ ਬੜੇ ਪ੍ਰਸੰਨ ਹੋ ਕੇ ਕਹਿਣ ਲੱਗੇ, ਆਪ ਜੀ ਨੇ ਬੜੀ ਕਿਰਪਾ ਕੀਤੀ ਹੈ ਜੋ ਦਰਸ਼ਨ ਦਿੱਤੇ ਹਨ। ਸਾਡੇ ਜਪ ਤਪ ਅੱਜ ਹੀ ਸਫਲ ਹੋਏ ਹਨ। ਗੁਰੂ ਜੀ ਨੇ ਕਿਹਾ, ਸਤ ਸੰਗ ਧਨ ਹੈ, ਜਿਸ ਵਿੱਚ ਨਾਮ ਦਾ ਰੰਗ ਚੜ੍ਹਦਾ ਹੈ ਅਤੇ ਜਨਮਾਂ ਜਨਮਾਂਤਰਾਂ ਦੇ ਦੁੱਖ ਸਤਿਗੁਰੂ ਦਾ ਨਾਮ ਸਿਮਰਨ ਨਾਲ ਦੂਰ ਹੋ ਜਾਂਦੇ ਹਨ। ਇਸ ਤਰ੍ਹਾਂ ਦੀ ਚਰਚਾ ਕਰਕੇ ਗੁਰੂ ਜੀ ਉੱਥੋਂ ਚੱਲ ਕੇ ਘਿਰਾਨ ਪਰਬਤ ਦੇ ਇੱਕ ਸਰੋਵਰ ਦੇ ਕਿਨਾਰੇ ਆ ਬੈਠੇ। ਮਰਦਾਨੇ ਨੇ ਪੁੱਛਿਆ, ਗੁਰੂ ਜੀ ਇੱਥੇ ਰਿਖੀ ਰਹਿੰਦੇ ਹਨ ਕਿ ਨਹੀਂ? ਜੇ ਕੋਈ ਹੋਵੇ ਤਾਂ ਦਰਸ਼ਨ ਕਰੀਏ। ਸੰਤਾਂ ਦੇ ਬਚਨਾਂ ਰੂਪੀ ਜਲ ਨਾਲ ਪਾਪ ਧੋਤੇ ਜਾਂਦੇ ਹਨ। ਗੁਰੂ ਜੀ ਨੇ ਕਿਹਾ, ਇੱਥੇ ਇੱਕ ਰਿਖੀ ਰਹਿੰਦਾ ਹੈ, ਉਹ ਆਪ ਆਣ ਕੇ ਮਿਲੇਗਾ। ਇਹ ਗੱਲ ਕਰਕੇ ਗੁਰੂ ਜੀ ਉਸ ਸਰੋਵਰ ਵਿੱਚ ਇਸ਼ਨਾਨ ਕਰਨ ਲੱਗੇ ਅਤੇ ਇਸ਼ਨਾਨ ਕਰਦਿਆਂ ਨੂੰ ਵੇਖ ਕੇ ਰਿਖੀ ਨੇ ਕਿਹਾ, ਜਿਨ੍ਹਾਂ ਦਾ ਮਨ ਸੁਮੇਰ ਪਰਬਤ ਵਾਂਗ ਅਡੋਲ ਨਾਮ ਰਸ ਵਿੱਚ ਲੱਗਾ ਹੋਇਆ ਹੈ ਅਤੇ ਮੱਛੀ ਵਾਂਗ ਜਲ ਰੂਪੀ ਪਰਮਾਤਮਾ ਨਾਲ ਪ੍ਰੇਮ ਲੱਗਾ ਹੋਇਆ ਹੈ, ਉਹਨਾਂ ਨੂੰ ਇਸ਼ਨਾਨ ਦੀ ਇੱਛਾ ਨਹੀਂ ਰਹਿੰਦੀ। ਫੇਰ ਕਹਿਣ ਲੱਗਾ, ਸੰਤ ਜੀ, ਤੁਹਾਡਾ ਨਾਮ ਕੀ ਹੈ? ਗੁਰੂ ਜੀ ਨੇ ਕਿਹਾ, ਰਿਖੀ ਜੀ, ਤੁਸੀਂ ਧੰਨ ਹੋ। ਏਕੰਕਾਰ ਦੇ ਚਰਨਾਂ ਦਾ ਜੋ ਸਰੋਵਰ ਹੈ, ਮੇਰਾ ਮਨ ਉਸ ਸਰੋਵਰ ਦੀ ਮੱਛੀ ਹੈ। ਉਸ ਤੋਂ ਵਿਗੜ ਕੇ ਮੇਰੀ ਮੌਤ ਹੋ ਜਾਂਦੀ ਹੈ। ਉਸ ਦੀਆਂ ਤਰੰਗਾਂ ਵਿੱਚ ਮੇਰਾ ਮਨ ਰਾਤ ਦਿਨ ਖੇਡ ਕੇ ਸੁਖ ਮਾਣਦਾ ਹੈ। ਸਰੀਰ ਦੇ 9 ਦਰਵਾਜ਼ਿਆਂ ਗੋਲਕਾਂ ਵਿੱਚੋਂ ਜੋ ਮਲੀਨਤਾ ਨਿਕਲਦੀ ਹੈ
ਉਸ ਦੀ ਪਵਿੱਤਰਤਾ ਲਈ ਇਸ਼ਨਾਨ ਕਰਨਾ ਯਥਾਰਥ ਹੈ। ਰਿਖੀ ਨੇ ਜਦ ਆਪ ਜੀ ਦਾ ਨਾਨਕ ਨਾਮ ਸੁਣਿਆ ਤਾਂ ਹੱਥ ਜੋੜ ਕੇ ਨਮਸਕਾਰ ਕਰਕੇ ਕਹਿਣ ਲੱਗਾ, ਤੁਸਾਂ ਬਹੁਤ ਕਿਰਪਾ ਕੀਤੀ ਹੈ ਜੋ ਮੈਨੂੰ ਦਰਸ਼ਨ ਦਿੱਤੇ ਹਨ। ਆਪ ਜੀ ਦੇ ਦਰਸ਼ਨਾਂ ਦੀ ਇੱਛਾ ਬਹੁਤ ਸਮੇਂ ਤੋਂ ਲੱਗੀ ਹੋਈ ਸੀ। ਅੱਜ ਤੁਸਾਂ ਦਰਸ਼ਨ ਦੇ ਕੇ ਮੈਨੂੰ ਸਫਲਾ ਕੀਤਾ ਹੈ। ਮੁਨੀ ਦਾ ਪ੍ਰੇਮ ਵੇਖ ਕੇ ਗੁਰੂ ਜੀ ਨੇ ਕਿਹਾ, ਤੁਸੀਂ ਸਤ ਸੰਗੀ ਹੋ। ਜਿਹੜਾ ਤੁਹਾਡੀ ਸੰਗਤ ਕਰੇਗਾ ਉਸ ਨੂੰ ਮਾਇਆ ਮੋਹ ਦਾ ਜਾਲ ਨਹੀਂ ਵਿਆਪੇਗਾ। ਸਤ ਸੰਗਤ ਦੇ ਬਰਾਬਰ ਹੋਰ ਕੋਈ ਪਦਾਰਥ ਨਹੀਂ ਹੈ। ਉਪਰੰਤ ਗੁਰੂ ਜੀ ਹੋਰ ਅਸਥਾਨ ਨੂੰ ਚੱਲ ਪਏ। 9 ਖੰਡਾਂ ਵਿੱਚ ਵਿਚਰਨਾ। ਬਾਲਾ ਜੀ ਨੇ ਕਿਹਾ, ਹੇ ਸਤਿਗੁਰੂ, ਗੁਰੂ ਜੀ ਇੱਥੋਂ ਚੱਲ ਕੇ ਸ਼ੀਘਰ ਹੀ ਉਲਕਾ ਪਰਬਤ ਉੱਤੇ ਆ ਗਏ। ਤਦ ਮਰਦਾਨੇ ਨੇ ਪੁੱਛਿਆ, ਗੁਰੂ ਜੀ ਅੱਗੇ ਕਿਹੜਾ ਦੇਸ਼ ਆਵੇਗਾ? ਫਿਰ ਆਪਣੇ ਪੰਜਾਬ ਦੇਸ਼ ਕਿੰਨੇ ਕੁ ਦਿਨਾਂ ਤੱਕ ਪਹੁੰਚ ਜਾਵਾਂਗੇ? ਗੁਰੂ ਜੀ ਨੇ ਕਿਹਾ, ਇਸ ਤੋਂ ਅੱਗੇ ਬੰਦਰ ਘਾਟ ਹੈ, ਉਸ ਤੋਂ ਅੱਗੇ ਲਾਹਰ ਬੰਦਰ ਆਵੇਗੀ, ਫਿਰ ਆਪਣਾ ਦੇਸ਼ ਆ ਜਾਵੇਗਾ। ਇਹ ਸੁਣ ਕੇ ਮਰਦਾਨੇ ਨੇ ਕਿਹਾ, ਗੁਰੂ ਜੀ ਸਾਡਾ ਘਰ ਕਿੰਨੀ ਦੂਰ ਹੈ? ਗੁਰੂ ਜੀ ਹੱਸ ਕੇ ਬੋਲੇ, ਹੁਣ ਤੈਨੂੰ ਘਰ ਯਾਦ ਆ ਰਿਹਾ ਹੈ? ਜੇ ਤੈਨੂੰ ਘਰ ਦੇ ਪਰਿਵਾਰ ਨੂੰ ਮਿਲਣ ਦੀ ਇੱਛਾ ਹੈ ਤਾਂ ਛੇਤੀ ਹੀ ਤੈਨੂੰ ਘਰ ਪਹੁੰਚਾ ਦੇਵਾਂਗੇ। ਤਦ ਮਰਦਾਨੇ ਨੇ ਪੁੱਛਿਆ, ਗੁਰੂ ਜੀ ਤੁਸੀਂ ਆਪਣੇ ਘਰ ਜਾਓਗੇ ਕਿ ਨਹੀਂ? ਤੁਹਾਨੂੰ ਵੀ ਮਾਤਾ ਪਿਤਾ ਤੇ ਪਰਿਵਾਰ ਯਾਦ ਕਰਦਾ ਹੋਵੇਗਾ। ਗੁਰੂ ਜੀ ਨੇ ਕਿਹਾ, ਮਰਦਾਨਾ ਸਾਨੂੰ ਜੇ ਕਰਤਾਰ ਘਰ ਲੈ ਜਾਏਗਾ ਤਾਂ ਚਲੇ ਜਾਵਾਂਗੇ, ਪਰ ਤੂੰ ਛੇਤੀ ਆਪਣੇ ਘਰ ਜਾਣਾ ਚਾਹਵੇਂ ਤਾਂ ਤੈਨੂੰ ਸ਼ੀਘਰ ਹੀ ਪਹੁੰਚਾ ਦਿੰਦੇ ਹਾਂ। ਮਰਦਾਨੇ ਨੇ ਕਿਹਾ, ਮਹਾਰਾਜ ਮੈਂ ਇਕੱਲੇ ਨਹੀਂ ਜਾਣਾ, ਤੁਹਾਡੇ ਨਾਲ ਹੀ ਜਾਵਾਂਗਾ। ਹੁਣ ਕਿਰਪਾ ਕਰਕੇ ਮੈਨੂੰ ਤੁਸੀਂ 9 ਖੰਡ ਤੇ ਜੰਬੂ ਦੀਪ ਵਿਖਾਓ। ਗੁਰੂ ਜੀ ਨੇ ਕਿਹਾ, ਚੱਲ 9 ਖੰਡ ਵੇਖ ਕੇ ਉਹਨਾਂ ਦੀ ਮਨ ਭਾਉਂਦੀ ਸੈਰ ਕਰ ਲੈ। ਇਹ ਆਖ ਕੇ ਗੁਰੂ ਜੀ ਮੈਨੂੰ ਤੇ ਮਰਦਾਨੇ ਨੂੰ ਇਲਾਬਰਤ ਖੰਡ ਵਿੱਚ ਲੈ ਗਏ। ਇਸ ਦੀਪ ਵਿੱਚ ਇੱਕ ਸ਼ੇਰਾਂ ਦੇ ਗੜ੍ਹ ਵਿੱਚ ਗੁਰੂ ਜੀ ਜਾ ਕੇ ਬੈਠ ਗਏ। ਉੱਥੇ ਬੈਠ ਕੇ ਗੁਰੂ ਜੀ ਨੇ ਮਰਦਾਨੇ ਨੂੰ ਕਿਹਾ, ਇੱਕ ਸ਼ਬਦ ਪੜ੍ਹੋ। ਉਸ ਨੇ ਜਦ ਉੱਚੀ ਸੁਰ ਨਾਲ ਸ਼ਬਦ ਪੜ੍ਹਿਆ ਤਾਂ ਸੁਣ ਕੇ ਸਾਰੇ ਸ਼ੇਰਾਂ ਦੇ ਮਨ ਨਿਰਮਲ ਹੋ ਗਏ। ਉਹਨਾਂ ਨੇ ਆਣ ਕੇ ਗੁਰੂ ਜੀ ਨੂੰ ਨਮਸਕਾਰ ਕੀਤੀ ਅਤੇ ਪਾਸ ਬੈਠ ਗਏ। ਤਦ ਗੁਰੂ ਜੀ ਨੇ ਪੁੱਛਿਆ, ਤੁਸੀਂ ਕੌਣ ਹੋ ਤੇ ਕਿਸ ਤਰ੍ਹਾਂ ਆਏ ਹੋ? ਗੁਰੂ ਜੀ ਦੇ ਦਰਸ਼ਨ ਕਰਕੇ ਸ਼ੇਰਾਂ ਨੂੰ ਬੋਲਣ ਦੀ ਸ਼ਕਤੀ ਮਿਲ ਗਈ। ਉਹਨਾਂ ਨੇ ਹੱਥ ਜੋੜ ਕੇ ਕਿਹਾ, ਮਹਾਰਾਜ ਸਾਡੀ ਤਾਮਸੀ ਜੂਨ ਹੈ ਜੋ ਪਿਛਲੇ ਪਾਪਾਂ ਦੇ ਕਾਰਨ ਪਾਈ ਹੈ। ਅਸੀਂ ਇਸ ਬਨ ਵਿੱਚ 100 ਯੋਜਨ ਤੱਕ ਕੋਈ ਪਸ਼ੂ ਨਹੀਂ ਰਹਿਣ ਦਿੱਤਾ, ਸਭ ਅਸਾਂ ਮਾਰ ਕੇ ਖਾ ਲਏ ਹਨ। ਹੁਣ ਸਾਡੇ ਵਿੱਚੋਂ ਜਿਹੜਾ ਵੀ ਕੁਝ ਢਿੱਲਾ ਹੋ ਜਾਵੇ ਜਾਂ ਊਂਘ ਲੈਣ ਲੱਗ ਪਏ, ਅਸੀਂ ਉਸ ਨੂੰ ਹੀ ਮਾਰ ਕੇ ਖਾ ਜਾਂਦੇ ਹਾਂ। ਇਸ ਵਾਸਤੇ ਅਸੀਂ ਸਦਾ ਹੀ ਡਰਦੇ ਜਾਗਦੇ ਰਹਿੰਦੇ ਹਾਂ। ਉਹਨਾਂ ਦੀ ਗੱਲ ਸੁਣ ਕੇ ਗੁਰੂ ਜੀ ਨੇ ਕਿਹਾ, ਹੁਣ ਤੁਹਾਡੀ ਸਭਨਾਂ ਦੀ ਇਹ ਜੂਨ ਛੁੱਟ ਜਾਏਗੀ, ਮਨੁੱਖਾ ਜਨਮ ਪ੍ਰਾਪਤ ਕਰੋਗੇ। ਫਿਰ ਜਦ ਤੁਸੀਂ ਸ਼ਬਦ ਦਾ ਅਭਿਆਸ ਕਰੋਗੇ ਤਾਂ ਤੁਸੀਂ ਮੁਕਤੀ ਪਾਓਗੇ। ਇਸ ਤਰ੍ਹਾਂ ਬਚਨ ਕਰਕੇ ਗੁਰੂ ਜੀ ਅੱਗੇ ਚੱਲ ਕੇ ਇੱਕ ਨਗਰ ਦੇ ਬਾਹਰ ਜਾ ਬੈਠੇ। ਇਸ ਨਗਰ ਦੇ ਵਾਸੀਆਂ ਨੇ ਪੁੱਛਿਆ, ਮਹਾਰਾਜ ਤੁਸੀਂ ਸ਼ੇਰਾਂ ਤੋਂ ਬਚ ਕੇ ਕਿਸ ਤਰ੍ਹਾਂ ਆਏ ਹੋ? ਉਹਨਾਂ ਨੇ ਤਾਂ 100 ਯੋਜਨ ਵਿੱਚ ਕੋਈ ਪਸ਼ੂ ਨਹੀਂ ਜਿਉਂਦਾ ਛੱਡਿਆ। ਇਸ ਕਰਕੇ ਅਸਾਂ ਉਹਨਾਂ ਦੇ ਡਰ ਕਰਕੇ ਪਹਾੜਾਂ ਦੀਆਂ ਚੋਟੀਆਂ ਉੱਤੇ ਘਰ ਬਣਾ ਕੇ ਵਾਸਾ ਕੀਤਾ ਹੋਇਆ ਹੈ ਅਤੇ ਫਿਰ ਵੀ ਜਾਗਦੇ ਰਹਿੰਦੇ ਤੋਪਾਂ ਤਿਆਰ ਰੱਖਦੇ ਹਾਂ। ਜਦ ਉਹ ਸਾਡੇ ਵੱਲ ਆਉਂਦੇ ਹਨ ਤਾਂ ਅਸੀਂ ਤੋਪਾਂ ਦੇ ਗੋਲੇ ਮਾਰ ਕੇ ਪਿੱਛੇ ਨੂੰ ਮੋੜ ਦਿੰਦੇ ਹਾਂ। ਗੁਰੂ ਜੀ ਨੇ ਕਿਹਾ, ਅਸੀਂ ਉਹਨਾਂ ਪਾਸ ਗਏ ਸਾਂ, ਹੁਣ ਉਹ ਜੀਵ ਘਾਤ ਕਰਨ ਤੋਂ ਹਟ ਗਏ ਹਨ ਅਤੇ ਸਾਡਾ ਉਪਦੇਸ਼ ਲੈ ਕੇ ਸਿੱਖ ਬਣ ਗਏ ਹਨ। ਆਪ ਜੀ ਦਾ ਇਹ ਬਚਨ ਸੁਣ ਕੇ ਨਗਰ ਵਾਸੀ ਆਪ ਜੀ ਤੋਂ ਚਰਨ ਪਾਹੋ ਲੈ ਕੇ ਸਿੱਖ ਬਣ ਗਏ। ਕੁਛ ਦਿਨਾਂ ਇੱਥੇ ਵਿਸਰਾਮ ਕਰਕੇ ਗੁਰੂ ਜੀ ਹਿਰਨ ਖੰਡ ਚਲੇ ਗਏ। ਇੱਥੇ ਸਾਰੀ ਧਰਤੀ ਹੀ ਸੋਨੇ ਦੀ ਸੀ। ਇੱਥੋਂ ਦੇ ਵਾਸੀ ਸਦਾ ਜਵਾਨ ਹੀ ਰਹਿੰਦੇ ਸਨ। ਜਦ ਕਿਸੇ ਨੇ ਮਰਨਾ ਹੁੰਦਾ ਤਾਂ ਪਹਾੜੀ ਦੀ ਚੋਟੀ ਉੱਤੇ ਜਾ ਕੇ ਸਮਾਧੀ ਲਾ ਕੇ ਬ੍ਰਹਮ ਰੰਦਰ ਨੂੰ ਪਾੜ ਕੇ ਪ੍ਰਾਣ ਤਿਆਗ ਦਿੰਦੇ ਸਨ। ਗੁਰੂ ਜੀ ਦਾ ਆਉਣਾ ਸੁਣ ਕੇ ਬਹੁਤ ਸਾਰੇ ਆਣ ਇਕੱਠੇ ਹੋਏ। ਜਦ ਗੁਰੂ ਜੀ ਨੇ ਉਹਨਾਂ ਨੂੰ ਪੁੱਛਿਆ ਕਿ ਤੁਹਾਡਾ ਗੁਰੂ ਕੌਣ ਹੈ ਤਾਂ ਉਹਨਾਂ ਨੇ ਕਿਹਾ, ਸਾਡਾ ਗੁਰੂ ਗੋਰਖ ਹੈ। ਆਪਣੇ ਗੁਰੂ ਦੇ ਉਪਦੇਸ਼ ਅਨੁਸਾਰ ਅਸੀਂ ਸਦਾ ਹੀ ਯੋਗ ਸਾਧਨਾ ਕਰਦੇ ਹਾਂ, ਪਰ ਸਾਡੇ ਮਨ ਨੂੰ ਸ਼ਾਂਤੀ ਨਹੀਂ ਆਉਂਦੀ। ਆਪ ਕਿਰਪਾ ਕਰਕੇ ਮਨ ਨੂੰ ਸ਼ਾਂਤੀ ਵਾਸਤੇ ਕੋਈ ਉਪਾਏ ਦੱਸੋ। ਗੁਰੂ ਜੀ ਨੇ ਕਿਹਾ, ਸਤਨਾਮ ਦਾ ਸਿਮਰਨ ਇੱਕ ਧਿਆਨ ਹੋ ਕੇ ਕਰੋ, ਹਉਮੈ ਦਾ ਤਿਆਗ ਕਰੋ, ਜਗਤ ਨੂੰ ਨਾਸ਼ਵੰਤ ਨਿਸ਼ਚੈ ਕਰੋ ਅਤੇ ਆਤਮਾ ਨੂੰ ਸਰਬ ਵਿਆਪਕ ਸਮਝੋ। ਇਹ ਉਪਦੇਸ਼ ਕਮਾਓਗੇ ਤਾਂ ਤੁਹਾਡੇ ਮਨ ਨੂੰ ਸਦੀਵੀ ਸ਼ਾਂਤੀ ਮਿਲੇਗੀ। ਗੁਰੂ ਜੀ ਦੇ ਇਹ ਬਚਨ ਸੁਣ ਕੇ ਸਾਰੇ ਲੋਕ ਅਭਿਆਸ ਕਰਨ ਲੱਗ ਪਏ ਅਤੇ ਗੁਰੂ ਜੀ ਕੁਛ ਦੇਰ ਵਿਸਰਾਮ ਕਰਕੇ
ਕਿਮਪੁਰਖ ਖੰਡ ਵਿੱਚ ਜਾ ਪਹੁੰਚੇ। ਇੱਥੋਂ ਦਾ ਰਾਜਾ ਧਰਮਚੰਦ ਬੜਾ ਸੰਤ ਸੇਵੀ ਸੀ। ਉਸ ਨੇ ਆਣ ਕੇ ਗੁਰੂ ਜੀ ਦੇ ਚਰਨਾਂ ਤੇ ਨਮਸਕਾਰ ਕਰਕੇ ਪੁੱਛਿਆ, ਮਹਾਰਾਜ ਕੋਈ ਸੇਵਾ ਦੱਸੋ। ਤਦ ਗੁਰੂ ਜੀ ਨੇ ਰਾਜੇ ਦੀ ਸ਼ਰਧਾ ਪਰਖਣ ਵਾਸਤੇ ਮੈਨੂੰ ਸ਼ੇਰ ਦਾ ਰੂਪ ਬਣਾ ਦਿੱਤਾ ਅਤੇ ਰਾਜੇ ਨੂੰ ਕਿਹਾ ਕਿ ਹੇ ਰਾਜਨ, ਜੇ ਤੂੰ ਸਾਡੀ ਸੇਵਾ ਕਰਨੀ ਹੈ ਤਾਂ ਪਹਿਲਾਂ ਸਾਡੇ ਸ਼ੇਰ ਨੂੰ ਖਾਣਾ ਦਿਓ। ਇਹ ਰਾਜਪੁੱਤਰ ਦੇ ਮਾਸ ਤੋਂ ਬਿਨਾਂ ਹੋਰ ਕਿਸੇ ਦਾ ਮਾਸ ਨਹੀਂ ਖਾਂਦਾ। ਇਹ ਬਚਨ ਸੁਣ ਕੇ ਰਾਜੇ ਨੇ ਕਿਹਾ, ਮਹਾਰਾਜ ਮੇਰਾ ਇੱਕ ਪੁੱਤਰ ਹੈ, ਜੇਕਰ ਹੁਕਮ ਕਰੋ ਤਾਂ ਮੈਂ ਉਸ ਨੂੰ ਲੈ ਆਵਾਂ। ਤਦ ਗੁਰੂ ਜੀ ਦੀ ਆਗਿਆ ਲੈ ਕੇ ਰਾਜੇ ਨੇ ਆਪਣੇ ਪੁੱਤਰ ਨੂੰ ਲਿਆ ਕੇ ਸ਼ੇਰ ਦੇ ਅੱਗੇ ਖੜਾ ਕਰ ਦਿੱਤਾ। ਰਾਜੇ ਦਾ ਇਹ ਨਿਸ਼ਚਾ ਪ੍ਰੇਮ ਵੇਖ ਕੇ ਗੁਰੂ ਜੀ ਨੇ ਕਿਹਾ, ਰਾਜਾ ਤੂੰ ਧੰਨ ਹੈ, ਜਿਸ ਦਾ ਮਨ ਸੰਤ ਸੇਵਾ ਵਿੱਚ ਰੰਗਿਆ ਹੋਇਆ ਹੈ। ਹੁਣ ਤੂੰ ਸਤਨਾਮ ਦਾ ਜਾਪ ਕਰਿਆ ਕਰ ਅਤੇ ਸਤ ਸੰਗ ਵਿੱਚ ਪ੍ਰੀਤ ਰੱਖਿਆ ਕਰ। ਤੈਨੂੰ ਹਰ ਪ੍ਰਕਾਰ ਦੇ ਸੁੱਖਾਂ ਦੀ ਪ੍ਰਾਪਤੀ ਅਤੇ ਅੰਤ ਸਮੇਂ ਗਤੀ ਪ੍ਰਾਪਤ ਹੋਵੇਗੀ। ਕੁਛ ਦਿਨ ਗੁਰੂ ਜੀ ਇੱਥੇ ਠਹਿਰ ਕੇ ਹਰ ਵਰਖ ਖੰਡ ਵਿੱਚ ਚਲੇ ਗਏ। ਜਦ ਉੱਥੇ ਦੇ ਰਾਜੇ ਨੂੰ ਪਤਾ ਲੱਗਾ ਤਾਂ ਉਹ ਆਪ ਜੀ ਦੇ ਦਰਸ਼ਨ ਕਰਨ ਆਇਆ। ਉਸ ਨੇ ਆਪ ਜੀ ਦੇ ਚਰਨਾਂ ਤੇ ਸਿਰ ਰੱਖ ਕੇ ਮੱਥਾ ਟੇਕਿਆ ਅਤੇ ਅਧੀਨ ਹੋ ਕੇ ਬੈਠ ਗਿਆ। ਗੁਰੂ ਜੀ ਨੇ ਉਸ ਦੀ ਸ਼ਰਧਾ ਤੇ ਪ੍ਰੇਮ ਵੇਖ ਕੇ ਆਖਿਆ, ਰਾਜਨ ਜਿਸ ਪਦਾਰਥ ਦੀ ਤੈਨੂੰ ਲੋੜ ਹੋਵੇ ਉਹ ਮੰਗ ਲਵੋ। ਇਹ ਬਚਨ ਸੁਣ ਕੇ ਰਾਜ ਨੇ ਬੇਨਤੀ ਕੀਤੀ, ਮਹਾਰਾਜ ਮੇਰੇ ਘਰ ਸੰਤਾਨ ਨਹੀਂ ਹੈ। ਮੈਂ ਬੜੇ ਉਪਾਏ ਕੀਤੇ ਹਨ ਪਰ ਕੋਈ ਸਫਲਤਾ ਨਹੀਂ ਹੋਈ। ਆਪ ਕਿਰਪਾ ਕਰਕੇ ਮੇਰੇ ਘਰ ਸੰਤਾਨ ਬਖਸ਼ੋ ਤਾਂ ਤੁਹਾਡਾ ਉਪਦੇਸ਼ ਲੈ ਕੇ ਮੈਂ ਸਿੱਖੀ ਧਾਰਨ ਕਰ ਲਵਾਂਗਾ। ਰਾਜੇ ਦੀ ਇਹ ਬੇਨਤੀ ਸੁਣ ਕੇ ਗੁਰੂ ਜੀ ਨੇ ਉਸ ਨੂੰ ਲੌਂਗ ਦਿੱਤੇ ਅਤੇ ਇੱਕ ਇਲਾਇਚੀ ਦੇ ਕੇ ਆਖਿਆ ਕਿ ਇਹ ਆਪਣੀ ਰਾਣੀ ਨੂੰ ਖਵਾ ਦਿਓ, ਤੁਹਾਡੇ ਘਰ ਸੰਤਾਨ ਹੋ ਜਾਵੇਗੀ। ਤੂੰ ਸਤਨਾਮ ਦਾ ਸਿਮਰਨ ਤੇ ਸਤ ਸੰਗਤ ਕਰਿਆ ਕਰਨਾ। ਕੁਛ ਦਿਨ ਇੱਥੇ ਡੇਰਾ ਕਰਕੇ ਗੁਰੂ ਜੀ ਕੁਰਖੰਡ ਆ ਗਏ। ਇਸ ਖੰਡ ਦੇ ਲੋਕਾਂ ਦਾ ਇਹ ਵਿਚਾਰ ਸੀ ਕਿ ਜਦ ਕਿਸੇ ਦੇ ਘਰ ਪੁੱਤਰ ਜਨਮੇ ਤਾਂ ਸਾਰੇ ਰੋਣ ਪਿੱਟਣ ਲੱਗ ਪੈਂਦੇ ਸਨ ਅਤੇ ਜਦ ਕਿਸੇ ਦਾ ਕੋਈ ਮਰ ਜਾਵੇ ਤਾਂ ਹੱਸਦੇ ਤੇ ਖੁਸ਼ੀਆਂ ਮਨਾਉਂਦੇ ਸਨ। ਮਰਦਾਨੇ ਨੇ ਪੁੱਛਿਆ, ਮਹਾਰਾਜ ਇਹ ਉਲਟਾ ਕੰਮ ਕਿਉਂ ਕਰਦੇ ਹਨ। ਗੁਰੂ ਜੀ ਨੇ ਕਿਹਾ, ਇਹ ਬਹੁਤ ਅਗਿਆਨੀ ਹਨ। ਜਦ ਵਾਹਿਗੁਰੂ ਜਗਤ ਵਿੱਚ ਭੇਜਦਾ ਹੈ ਤਾਂ ਇਹ ਰੋਂਦੇ ਤੇ ਦੁੱਖ ਪਾਉਂਦੇ ਹਨ ਅਤੇ ਜਦ ਹੁਕਮ ਕਰਕੇ ਸੱਦ ਲੈਂਦਾ ਹੈ ਤਾਂ ਇਹ ਇਕੱਠੇ ਹੋ ਕੇ ਖੁਸ਼ ਹੁੰਦੇ ਹਨ। ਪਰੰਤੂ ਜੋ ਗਿਆਨਵਾਨ ਹਨ ਉਹ ਭਾਣਾ ਮੰਨ ਕੇ ਸਦਾ ਹੀ ਖੁਸ਼ ਰਹਿੰਦੇ ਹਨ। ਗੁਰੂ ਜੀ ਇਸ ਤਰ੍ਹਾਂ ਦੇ ਬਚਨ ਮਰਦਾਨੇ ਨਾਲ ਕਰ ਰਹੇ ਸਨ ਕਿ ਬਹੁਤ ਸਾਰੇ ਲੋਕ ਇਕੱਠੇ ਹੋ ਕੇ ਆਪ ਜੀ ਦੇ ਪਾਸ ਆ ਗਏ। ਉਹਨਾਂ ਨੂੰ ਮਰਦਾਨੇ ਨੇ ਪੁੱਛਿਆ, ਤੁਸੀਂ ਇਹ ਉਲਟੀ ਰੀਤੀ ਕਿਉਂ ਕਰਦੇ ਹੋ। ਜਦ ਜੀਵ ਜੰਮਦਾ ਹੈ ਤਾਂ ਰੋਂਦੇ ਹੋ ਤੇ ਜਦ ਮਰ ਜਾਂਦਾ ਹੈ ਤਾਂ ਖੁਸ਼ ਹੁੰਦੇ ਹੋ। ਉਹਨਾਂ ਵਿੱਚੋਂ ਸਿਆਣਿਆਂ ਨੇ ਕਿਹਾ ਕਿ ਜੀਵ ਜਦੋਂ ਜੰਮਦਾ ਹੈ ਤਾਂ ਪਰਮੇਸ਼ਰ ਤੋਂ ਵਿਛੜ ਕੇ ਆਉਂਦਾ ਹੈ, ਸੰਸਾਰ ਵਿੱਚ ਦੁੱਖ ਪਾਉਂਦਾ ਹੈ ਅਤੇ ਜਦ ਮਰ ਜਾਂਦਾ ਹੈ ਤਾਂ ਉਸ ਨੂੰ ਮਿਲ ਕੇ ਸੁੱਖ ਪ੍ਰਾਪਤ ਕਰ ਲੈਂਦਾ ਹੈ। ਇਸ ਕਰਕੇ ਅਸੀਂ ਵਿਛੜਨ ਵੇਲੇ ਰੋਂਦੇ ਤੇ ਮਿਲਣ ਵੇਲੇ ਹੱਸਦੇ ਹਾਂ। ਉਹਨਾਂ ਲੋਕਾਂ ਦੀ ਇਹ ਗੱਲ ਸੁਣ ਕੇ ਗੁਰੂ ਜੀ ਨੇ ਕਿਹਾ, ਪਰਮੇਸ਼ਰ ਨੂੰ ਮਿਲਣ ਦਾ ਉਪਾਏ ਕੇਵਲ ਭਗਤੀ ਭਾਵ, ਸਤ ਸੰਗਤ ਅਤੇ ਨਾਮ ਸਿਮਰਨ ਹੈ। ਸਤ ਸੰਗਤ ਵਿੱਚ ਮਨ ਦੀਆਂ ਵਾਸ਼ਨਾ ਨੂੰ ਰੋਕ ਕੇ ਨਾਮ ਸਿਮਰਨ ਦਾ ਅਭਿਆਸ ਕਰਨਾ ਚਾਹੀਦਾ ਹੈ। ਇਸ ਨਾਲ ਹਿਰਦੇ ਵਿੱਚੋਂ ਦਵੈਤ ਭਾਵ ਦਾ ਨਾਸ ਹੋ ਜਾਂਦਾ ਹੈ ਤਾਂ ਇਹ ਜੀਵ ਉਸ ਪਰਮੇਸ਼ਰ ਦਾ ਰੂਪ ਹੀ ਹੋ ਜਾਂਦਾ ਹੈ। ਜਦ ਤੱਕ ਜੀਵ ਨੂੰ ਇਹ ਗਿਆਨ ਨਾ ਹੋਵੇ ਤਦ ਤੱਕ ਇਹ ਪਰਮੇਸ਼ਰ ਨਾਲੋਂ ਵਿਛੜਿਆ ਹੀ ਰਹਿੰਦਾ ਹੈ। ਜੀਵ ਵਾਸ਼ਨਾ ਦੇ ਅਧੀਨ ਹੋ ਕੇ ਮੁੜ ਮੁੜ ਜਨਮ ਧਾਰਦਾ ਹੈ। ਆਪਣੀ ਵਾਸ਼ਨਾ ਨੂੰ ਮਾਰਨਾ ਚਾਹੀਏ। ਗੁਰੂ ਜੀ ਦੇ ਬਚਨ ਸੁਣ ਕੇ ਸਭ ਨੇ ਹੱਥ ਜੋੜ ਕੇ ਬੇਨਤੀ ਕੀਤੀ ਕਿ ਹੇ ਮੁਕਤੀ ਦਾਤਾ, ਸਾਡੀ ਵੀ ਗਤੀ ਕਰੋ। ਗੁਰੂ ਜੀ ਨੇ ਕਿਹਾ, ਸਤਨਾਮ ਵਿੱਚ ਮਨ ਨੂੰ ਜੋੜੋ, ਕਰਤਾਰ ਦਾ ਭਾਣਾ ਮਿੱਠਾ ਕਰਕੇ ਮੰਨਣਾ ਕਰੋ, ਮਰਨਾ ਜੰਮਣਾ ਇੱਕ ਬਰਾਬਰ ਜਾਣੋ ਤੇ ਖੁਸ਼ੀ ਗਮੀ ਸਮੇਂ ਨੂੰ ਅਡੋਲ ਰੱਖੋ, ਤਦ ਨਿਰਸੰਸ਼ੇ ਹੀ ਤੁਹਾਨੂੰ ਮੁਕਤੀ ਪ੍ਰਾਪਤ ਹੋਵੇਗੀ। ਇਹ ਉਪਦੇਸ਼ ਸੁਣ ਕੇ ਸਾਰੇ ਲੋਕ ਗੁਰੂ ਜੀ ਦੇ ਸਿੱਖ ਬਣ ਗਏ। ਸਤ ਸੰਗਤ ਅਤੇ ਹਰੀ ਕੀਰਤਨ ਕਰਨ ਲੱਗ ਪਏ। ਸ਼ਰਧਾ ਨਾਲ ਸਿਮਰਨ ਵਿੱਚ ਪਰਿਵਰਤ ਹੋ ਗਏ।